Hello friends, welcome to the class. Today's topic is profit and loss. What is profit and loss? This topic is related to monetary transaction in trade and business. When we purchase or sell an item, we occur with either profit or loss. इसका मतलब की है लाभ या हानि वाला चैप्टर है जो ਅਸੀਂ ਅੱਜ ਪੜਾਂਗੇ। ਇਸ ਦੇ ਵਿੱਚ ਕੀ ਹੁੰਦਾ ਹੈ ਟੌਪਿਕ ਆਦੇ ਨਾਲ ਰਿਲੇਟਡ ਹੈ ਕੋਈ ਵੀ ਸਾਡਾ ਬਿਜ਼ਨਸ ਆ ਉਹਦੇ ਵਿੱਚ ਪੈਸੇ ਦਾ ਲੈਣ ਦੇਣ ਹੁੰਦਾ ਹੀ ਰਹਿੰਦਾ ਠੀਕ ਹੈ। ਉਸ ਦੇ ਵਿੱਚ ਸਾਨੂੰ ਕੋਈ ਵੀ ਚੀਜ਼ ਜਦੋਂ ਆਪਾਂ ਪਰਚੇਜ਼ ਖਰੀਦਦੇ ਹਾਂ ਜਾਂ ਫਿਰ ਵੇਚਦੇ ਹਾਂ ਜਾਂ ਤਾਂ ਸਾਨੂੰ ਕੀ ਹੋਊਗਾ ਲਾਭ ਹੋਊਗਾ ਜਾਂ ਫਿਰ ਸਾਨੂੰ ਹਾਨੀ ਹੋਊਗੀ। ਇਸ ਚੈਪਟਰ ਦੇ ਵਿੱਚ ਇਸ ਟੌਪਿਕ ਨਾਲ ਰਿਲੇਟਡ ਕੁਝ ਟਰਮਸ ਨੇ ਪਹਿਲਾਂ ਆਪਾਂ ਉਹ ਸਿੱਖ ਲੈਂਦੇ ਹਾਂ। ਜਿੱਦਾਂ ਫਸਟ ਹੈ ਕੋਸਟ ਪ੍ਰਾਈਸ ਨੂੰ ਅਸੀਂ CP ਨਾਲ ਡਿਨੋਟ ਕਰਦੇ ਹਾਂ। ਕੋਸਟ ਪ੍ਰਾਈਸ ਕੀ ਹੁੰਦਾ ਜਿੰਨੇ ਦੀ ਤੁਸੀਂ ਕੋਈ ਵੀ ਚੀਜ਼ ਖਰੀਦੀ ਹੈ ਠੀਕ ਹੈ ਖਰੀਦ ਮੁੱਲ। ਸੈਲਿੰਗ ਪ੍ਰਾਈਸ ਹੁੰਦਾ ਵੇਚ ਮੁੱਲ ਜਿੰਨੇ ਦੀ ਕੋਈ ਚੀਜ਼ ਤੁਸੀਂ ਸੇਲ ਕਰਦੇ ਹੋ। ਪ੍ਰੋਫਿਟ ਹੁੰਦਾ ਹੈਗਾ ਜਿੱਦਾਂ ਕੋਈ ਇਹ ਪੈਨ ਹੈ ਇੱਕ ਠੀਕ ਹੈ ਮੰਨ ਲਓ ਕੋਈ ਦੁਕਾਨਦਾਰ ਇਸ ਪੈਨ ਨੂੰ 10 ਰੁਪਏ 'ਚ ਲੈ ਕੇ ਆਉਂਦਾ ਅਤੇ ਇਸ ਨੂੰ ਉਹ 20 ਰੁਪਏ ਦੇ ਵਿੱਚ ਵੇਚ ਦਿੰਦਾ ਤਾਂ ਉਸ ਨੂੰ ਕੀ ਹੋਇਆ ਲਾਭ ਹੋਇਆ ਪ੍ਰੋਫਿਟ ਹੋਇਆ ਠੀਕ ਹੈ। ਅਗਰ ਉਹ ਇਹ ਪੈਨ 5 ਰੁਪਏ ਦਾ ਲੈ ਕੇ ਆਉਂਦਾ ਠੀਕ ਹੈ ਫਿਰ 2 ਰੁਪਏ ਦਾ ਕਿਸੇ ਨੂੰ ਵੇਚ ਦਿੰਦਾ ਇੱਥੇ ਕੀ ਹੋਊਗਾ ਉਹਨੂੰ ਹਾਨੀ ਹੋਊਗੀ 3 ਰੁਪਏ ਦੀ ਠੀਕ ਹੈ। ਇਸ ਤਰ੍ਹਾਂ ਨਾਲ ਆਪਾਂ ਇਸ ਟੌਪਿਕ ਦੇ ਵਿੱਚ ਇਹੀ ਚੀਜ਼ਾਂ ਪਤਾ ਕਰਨੀਆਂ ਨੇ। ਕਿਤੇ ਸਾਨੂੰ ਪੁੱਛਿਆ ਹੋਊਗਾ ਵੀ ਉਸਦਾ ਕਿਸੇ ਵੀ ਵਸਤੂ ਦਾ ਖਰੀਦ ਮੁੱਲ ਪਤਾ ਕਰੋ ਜਾਂ ਫਿਰ ਵੇਚ ਮੁੱਲ ਪਤਾ ਕਰੋ ਪ੍ਰੋਫਿਟ ਕਿੰਨਾ ਆਇਆ ਜਾਂ ਫਿਰ ਪ੍ਰੋਫਿਟ ਜਾਂ ਫਿਰ ਲੋਸ ਕਿੰਨੇ % ਆਇਆ। ਪ੍ਰੋਫਿਟ ਅਤੇ ਲੋਸ % ਕੱਢਣ ਲਈ ਸਾਡੇ ਕੋਲ ਇੱਕ ਫਾਰਮੂਲਾ ਹੁੰਦਾ ਹੈ। ਜਿੱਦਾਂ ਜੇ ਤਾਂ ਤੁਹਾਨੂੰ ਉਸ 'ਤੇ ਪ੍ਰੋਫਿਟ ਹੋਇਆ ਕਿਸੇ ਵੀ ਆਈਟਮ 'ਤੇ ਠੀਕ ਹੈ ਤਾਂ ਨੀਚੇ ਤੁਸੀਂ CP ਹੀ ਰੱਖਣਾ ਜਿੰਨੇ ਦੀ ਉਹ ਵਸਤੂ ਤੁਸੀਂ ਖਰੀਦੀ ਆ। ਇਹ ਤੁਸੀਂ ਦੋਨਾਂ ਵਿੱਚ ਹੀ ਲਾਓਗੇ ਜੇ ਪ੍ਰੋਫਿਟ ਹੋਇਆ ਤਾਂ ਵੀ ਨੀਚੇ CP ਲਾਉਣਾ ਜੇ ਲੋਸ ਹੋਇਆ ਤਾਂ ਵੀ CP ਹੀ ਲਿਖਾਂਗੇ ਮਲਟੀਪਲਾਈ ਕਰ ਦਾਂਗੇ 100 ਨਾਲ ਠੀਕ ਹੈ। ਸਾਰੇ ਜਾਣੇ ਆਪਣੀ ਪੈਨ ਕਾਪੀ ਕੋਲ ਰੱਖੋ ਔਰ ਇਸ ਚੀਜ਼ਾਂ ਨੂੰ ਨੋਟ ਕਰਦੇ ਜਾਓ ਤਾਂ ਕਿ ਤੁਸੀਂ ਬਾਅਦ ਵਿੱਚ ਇਸ ਦੀ ਰਿਵੀਜ਼ਨ ਕਰ ਸਕੋ। ਜਿੱਦਾਂ ਹੁਣ ਇੱਥੇ ਸਾਡੇ ਕੋਲ ਕੁਝ ਫਾਰਮੂਲੇ ਨੇ ਇਸ ਟੌਪਿਕ ਨਾਲ ਰਿਲੇਟਡ ਸਮ ਇੰਪੋਰਟੈਂਟ ਫਾਰਮੂਲਾ ਰਿਲੇਟਡ ਟੂ ਪ੍ਰੋਫਿਟ ਐਂਡ ਲੋਸ। ਜਿੱਦਾਂ ਪਹਿਲਾ ਫਾਰਮੂਲਾ ਤੁਸੀਂ ਇੱਕ ਨੂੰ ਹੀ ਯਾਦ ਰੱਖ ਲਓ ਉਹਦੇ ਨਾਲ ਹੀ ਸਾਰੇ ਸਾਡੇ ਸਮ ਹੋ ਜਾਣੇ ਆ। ਜਦੋਂ ਆਪਾਂ ਸਮ ਕਰਾਂਗੇ ਤੁਹਾਨੂੰ ਦੱਸਾਂਗੇ ਕਿੱਦਾਂ। ਜਿੱਦਾਂ ਸੈਲਿੰਗ ਪ੍ਰਾਈਸ ਆ ਕਿਸੇ ਵਸਤੂ ਦਾ ਤੁਸੀਂ ਵੇਚ ਮੁੱਲ ਕੱਢਣਾ ਠੀਕ ਹੈ ਵੀ ਕਿੰਨਾ ਆਉਂਦਾ ਤੁਹਾਨੂੰ ਕੀ ਦਿੱਤਾ ਹੋਊਗਾ ਪ੍ਰੋਫਿਟ % ਦਿੱਤਾ ਹੋਊਗਾ ਵੀ ਇੰਨੇ ਰੁਪਏ ਦਾ ਤੁਹਾਨੂੰ ਪ੍ਰੋਫਿਟ ਹੋਇਆ ਅਤੇ ਉਹ ਚੀਜ਼ ਤੁਸੀਂ ਇੰਨੇ ਦੀ ਖਰੀਦੀ ਸੀ ਤਾਂ ਦੱਸੋ ਕਿ ਉਹ ਚੀਜ਼ ਕਿੰਨੇ ਦੀ ਵੇਚੇਗੀ। ਉਸ ਵੇਲੇ ਤੁਸੀਂ ਇਹ ਫਾਰਮੂਲਾ ਲਗਾਉਣਾ 100 ਦੇ ਵਿੱਚ ਉਸ ਪ੍ਰੋਫਿਟ ਨੂੰ ਪਲੱਸ ਕਰ ਦੇਣਾ ਡਿਵਾਈਡ ਹੀ ਕਰਨਾ 100 ਨਾਲ ਮਲਟੀਪਲਾਈ ਜਿੰਨਾ ਉਸ ਦਾ ਖਰੀਦ ਮੁੱਲ ਹੋਊਗਾ। ਅਤੇ ਇੱਥੇ ਇਸੇ ਫਾਰਮੂਲੇ 'ਚ ਜੇ ਤੁਹਾਨੂੰ ਲੋਸ ਹੁੰਦਾ ਤਾਂ ਉੱਥੇ ਤੁਸੀਂ ਉਸ ਨੂੰ ਮਾਈਨਸ ਕਰ ਦੋਗੇ ਠੀਕ ਹੈ। ਆਪਾਂ ਇੱਕੋ ਹੀ ਫਾਰਮੂਲਾ ਯਾਦ ਰੱਖਣਾ ਬਸ ਵੈਲਿਊਜ਼ ਪੁੱਟ ਕਰੀ ਜਾਵਾਂਗੇ ਆਪਾਂ। ਜਿੱਦਾਂ ਮੰਨ ਲਓ ਅਗਲੇ ਕੁਐਸਚਨ ਦੇ ਵਿੱਚ ਆ ਵੀ ਤੁਹਾਨੂੰ ਖਰੀਦ ਮੁੱਲ ਪਤਾ ਕਰਨਾ ਤੁਸੀਂ ਠੀਕ ਹੈ ਤਾਂ ਉੱਥੇ ਤੁਹਾਨੂੰ ਕਹਿਣਗੇ ਕਿ ਸੈਲਿੰਗ ਪ੍ਰਾਈਸ ਪਤਾ ਤੁਹਾਨੂੰ ਵੇਚ ਮੁੱਲ ਪਤਾ ਪ੍ਰੋਫਿਟ ਅਤੇ ਲੋਸ। ਕਈ ਵਾਰ ਕੀ ਹੁੰਦਾ ਕੁਛ ਲੋਕ ਉਲਝ ਜਾਂਦੇ ਨੇ ਕਿ ਅਸੀਂ SP ਪਤਾ ਕਰਨ ਵੇਲੇ ਉੱਪਰ ਐਡ ਕਰਨਾ ਸੀ ਜਾਂ ਨੀਚੇ ਐਡ ਕਰਨਾ ਸੀਗਾ ਇਸ ਚੀਜ਼ ਨੂੰ ਪ੍ਰੋਫਿਟ ਜਾਂ ਲੋਸ ਨੂੰ। ਇਸ ਲਈ ਆਪਾਂ ਇੱਕੋ ਹੀ ਫਾਰਮੂਲਾ ਲਰਨ ਕਰ ਲਓ ਉਸੇ ਨਾਲ ਹੀ ਆਪਾਂ ਸਾਰੇ ਸਮ ਸੋਲਵ ਕਰ ਲਾਂਗੇ। ਯਾਨੀ ਕਿ ਵੇਚ ਮੁੱਲ ਪਤਾ ਕਰਨ ਦਾ ਫਾਰਮੂਲਾ ਹੁੰਦਾ 100 ਪਲੱਸ ਪ੍ਰੋਫਿਟ ਜਾਂ ਫਿਰ ਲੋਸ ਉੱਪਰ ਹੀ ਹੋਊਗਾ ਡਿਵਾਈਡ ਬਾਈ 100 ਮਲਟੀਪਲਾਈ CP। ਚਲੋ ਤੁਸੀਂ ਨਾਲ ਨਾਲ ਨੋਟਸ ਬਣਾ ਲਓ ਆਪਣੇ। CP ਹੁੰਦਾ ਕੋਸਟ ਪ੍ਰਾਈਸ SP ਸੈਲਿੰਗ ਪ੍ਰਾਈਸ ਪ੍ਰੋਫਿਟ ਕਿੱਦਾਂ ਕੱਢੀ ਜਾ ਜਦੋਂ ਜਿੰਨੇ ਦੀ ਆਪਾਂ ਚੀਜ਼ ਵੇਚੀ ਆ ਉਹਦੇ ਵਿੱਚੋਂ ਜਿੰਨੇ ਦੀ ਖਰੀਦੀ ਹੈ ਤਾਂ ਸਾਨੂੰ ਉਹ ਪ੍ਰੋਫਿਟ ਮਿਲੂਗਾ ਯਾਨੀ ਕਿ ਇੱਥੇ CP ਵੱਧ ਹੋਊਗਾ ਵੱਧ ਦੇ ਵਿੱਚੋਂ ਆਪਾਂ ਘੱਟ ਨੂੰ ਮਾਈਨਸ ਕਰਾਂਗੇ ਜਿਹੜੀ ਚੀਜ਼ ਸਾਡੇ ਕੋਲ ਵੱਡੀ ਹੋਊਗੀ ਜ਼ਿਆਦਾ ਮਾਤਰਾ ਵਿੱਚ ਹੋਊਗੀ ਉਸ ਦੇ ਵਿੱਚੋਂ ਛੋਟੀ ਨੂੰ ਮਾਈਨਸ ਕਰ ਦਾਂਗੇ। ਪ੍ਰੋਫਿਟ ਅਤੇ ਲੋਸ ਆਈ ਥਿੰਕ ਸਮਝ ਆ ਗਿਆ ਹੋਊਗਾ। ਇੱਦਾਂ ਹੀ ਆਪਾਂ ਫਾਰਮੂਲਾ ਲਰਨ ਕੀਤੇ ਸੀਗੇ ਉਹਨਾਂ ਨੂੰ ਮੈਂ ਇੱਦਾਂ ਸਿੱਧਾ ਲਿਖ ਲਿਆ ਕਿ ਪ੍ਰੋਫਿਟ ਕਦੋਂ ਪਤਾ ਕਰਾਂਗੇ ਜਦੋਂ ਸਾਡਾ SP ਵੱਧ ਹੋਊਗਾ ਵੇਚ ਮੁੱਲ ਸਾਡਾ ਕੀ ਹੋਊਗਾ ਜ਼ਿਆਦਾ ਹੋਊਗਾ ਖਰੀਦ ਮੁੱਲ ਤੋਂ ਠੀਕ ਹੈ। ਨੀਚੇ ਦੱਸਿਆ ਸੀ ਕਿ CP ਲੱਗਣਾ ਹੀ ਲੱਗਣਾ ਮਲਟੀਪਲਾਈ 100 ਕਰਨਾ। ਸੇਮ ਲੋਸ % ਦੇ ਵਿੱਚ ਇਹ ਫਾਰਮੂਲੇ ਨੋਟ ਕਰ ਲਓ। ਉਹਦੇ ਵਿੱਚ ਕੀ ਆ ਜਾਊਗਾ ਖਰੀਦ ਮੁੱਲ ਜ਼ਿਆਦਾ ਹੋਊਗਾ ਵੇਚ ਮੁੱਲ ਘੱਟ ਹੋਊਗਾ ਜਦੋਂ ਤੁਹਾਨੂੰ ਲੋਸ ਹੋਊਗਾ ਠੀਕ ਹੈ। ਨੀਚੇ CP ਰੱਖਾਂਗੇ ਮਲਟੀਪਲਾਈ 100 ਆ ਜਿਹੜਾ ਮੈਂ ਤੁਹਾਨੂੰ ਫਾਰਮੂਲਾ ਹੁਣੇ ਦੱਸਿਆ ਸੀ SP ਕਿੱਦਾਂ ਪਤਾ ਕਰੀਦਾ CP ਨੂੰ ਚਾਹੇ ਇੱਧਰ ਮਲਟੀਪਲਾਈ ਕਰ ਲਓ ਇੱਧਰ ਮਲਟੀਪਲਾਈ ਕਰੋ ਗੱਲ ਇੱਕੋ ਹੀ ਹੈ ਕਿਉਂਕਿ ਮਲਟੀਪਲਾਈ ਜਦੋਂ ਆਪਾਂ ਲਿਖਦੇ ਹਾਂ ਨਾ 2 × 3 ਤਾਂ ਵੀ 6 ਆਊਗਾ ਜੇ 3 × 2 ਕਰ ਲਈਏ ਤਾਂ ਵੀ 6 ਹੀ ਆਊਗਾ। ਮਲਟੀਪਲਾਈ 'ਚ ਨਹੀਂ ਕੋਈ ਚੱਕਰ ਹੁੰਦਾ ਕਿ ਅੱਗੇ ਪਿੱਛੇ ਲਿਖਣਾ ਤਾਂ ਆਹ ਫਾਰਮੂਲਾ ਅਸੀਂ ਨੋਟ ਕਰ ਲਿਆ। ਸੇਮ ਹੀ ਆ ਇੱਥੇ ਹੈ ਮਤਲਬ ਇੱਥੇ ਹੀ ਆਪਾਂ ਪਲੱਸ ਮਾਈਨਸ ਕਰ ਸਕਦੇ ਹਾਂ ਜੇ ਪ੍ਰੋਫਿਟ ਹੈ ਤਾਂ ਪਲੱਸ ਮਾਈਨਸ ਲੋਸ ਆ ਤਾਂ ਮਾਈਨਸ। ਚਲੋ ਹੁਣ ਇੱਕ ਸਮ ਕਰਦੇ ਆਪਾਂ। ਮੰਨ ਲਓ ਤੁਹਾਡੇ ਕੋਲ ਕੋਸਟ ਪ੍ਰਾਈਸ ਆ। ਕੋਸਟ ਪ੍ਰਾਈਸ ਕੀ ਹੁੰਦਾ ਖਰੀਦ ਮੁੱਲ। ਕਿਸੇ ਵੀ ਵਸਤੂ ਦਾ ਖਰੀਦ ਮੁੱਲ ਹੈ 100 ਰੁਪਏ ਅਤੇ ਉਸ ਚੀਜ਼ 'ਤੇ ਤੁਹਾਨੂੰ ਪ੍ਰੋਫਿਟ ਹੋਇਆ 35 ਰੁਪਏ ਦਾ
उस चीज़ का वेच मुल पता करो। इक्को एक फॉर्मूला जो असीं लर्न किया पहलां उसनूं असीं एक दो सम दे विच असीं लिखांगे, फिर बाद चों तुहानूं याद ही हो जाना। पहला फॉर्मूला लिख लेने। एस पी वेच मुल पता करन दा फॉर्मूला की हुंदा है 100 प्लस प्रॉफिट होया तो प्लस कर देंगे प्रॉफिट नूं डिवाइड बाय 100 मल्टीप्लाई सी पी। ठीक है, हुण जिहड़ी जिहड़ी सानूं वैल्यू पता वो आपां इत्थे रख लैंदे आ। पेपर दे विच तुसीं फॉर्मूला उत्थे लिखोगे नहीं अपनी नोटबुक तो उद तक तो तुहानूं याद ही हो जाऊगा। जिद्दां तुसीं 100 प्लस जिन्ना प्रॉफिट होऊगा 135 बटे 100 लिखोगे मल्टीप्लाई सी बी किन्ना सी साडा 100। तो हुण सैलिंग प्राइस किन्ना हो जाऊगा। तुहानूं कटिंग भी करनी आनी चाहिए है। जिवें उपर ਜਿਹੜੀਆਂ भी रकमां होंदियां उन्होंने असीं न्यूमीनेटर बोलते हैं, नीचे वाले डिनोमीनेटर बोलते हैं। कटिंग हमेशा ऊपर तो नीचे वाली दी ही हो सकती है। ठीक है, इधर उधर भी हो सकती है, पर कई बार कुछ लोग जोड़े होंदे ने वो इदां कर देंगे। मान लो इत्थे 100 नूं 100 नाल ही कट देंगे। इन्हां दी आपस च नहीं होनी, इन्हां दी आपस च नहीं होनी कटिंग। ठीक है, तो पहला 100 नाल 100 कटिया गया, इत्थे साडे कोले आ गया 135, तो ये आ गया वेच मुल। ठीक है, सेम जो तुहानूं इसे क्वेश्चन दे विचों प्रॉफिट की जगह तो लॉस कह दिंदा कि लॉस होया 35% का, हुण तुसीं फॉर्मूला नहीं ना लिखोगे, सीधा कढ़ लोगे भी सानूं पता है वेच मुल का फॉर्मूला की हुंदा है। 35 नूं उहदे विचों माइनस कर दो, 100 दे विचों 35 नूं माइनस करके कितना आ गया 65 बटे 100। 100 की है उसी लाउणा ही लगाउणा है। इत्थे मल्टीप्लाई काहदे नाल करना जिन्ना साडा खरीद मुल होऊगा। सी पी किन्ना 100, तो 100 नाल 100 कैंसल, इत्थे की बच गया साडे कोले 65। तो इस तरीके नाल तुसीं किसी भी चीज़ का जिहड़ा वेच मुल आ कढ़ सकते हो जो तुहानूं कॉस्ट प्राइस दिता होया प्रॉफिट या फिर लॉस दिता होया। जिद्दां साडे कोल एक एग्जाम्पल होर लै लईए, बहुत ही ईजी है। अ मैन बाइज एन आर्टिकल फॉर 300 एंड सेल्स इट फॉर 900, द प्रॉफिट इस लैश मीनिंग हुंदा या फिर लॉस इज़। तुसीं कोई आर्टिकल खरीदे है किन्ने दा 300 रुपये का। बाय मतलब हुंदा खरीदना, सेल मतलब हुंदा बेचना। 300 का खरीद के 900 रुपये विच वेचता, तुहानूं तां कितना प्रॉफिट हो गया। इत्थों पता चल जाना वड्डी रकम दे विचों छोटी माइनस करनी है, तो की आ जाऊगा एस पी माइनस सी पी। वड्डी टर्म दे विचों छोटी माइनस करके 600 का तुहानूं प्रॉफिट आ गया। जे तो सिर्फ प्रॉफिट लॉस पूछिया तो तुसीं इत्थे तक ही खत्म कर दोगे। ठीक है, सम नूं सॉल्व करके। जे तुहानूं पुछिया भी परसेंट दे विच दसो प्रॉफिट या फिर लॉस कितना परसेंट आया, फिर उहदे लई आपां फॉर्मूला लगावांगे। जिद्दां इस सम दे विच तुहानूं 600 का प्रॉफिट हो गया, तो प्रॉफिट परसेंट का फॉर्मूला की सी, जिन्ना प्रॉफिट होया ओह डिवाइड बाय सी पी मल्टीप्लाई 100। ठीक है, इत्थे सी पी असीं नीचे लिखना वा। प्रॉफिट कितना होया 600 का, सी पी कितना सी मीनस खरीद मुल कितना सी तुहाडा 300 मल्टीप्लाई 100। हुण आ जो 100 है, ठीक है 300 है, 2 जीरो नाल 2 जीरो कट्टे ही हैं। ठीक है, इत्थे की रह गया 3 नूं हुण आपां इहदे नाल डिवाइड कर दांगे। 3 2 का 6 हुंदे आ, तो पिछे जिन्ने जीरो ने उन्होंने एज इट इज़ लिख लो। तो तुहाडे कोले प्रॉफिट परसेंट कितना आ गया 200। सो जो तुहानूं प्रॉफिट परसेंट दे विच पुछदा तो तुसीं ये फॉर्मूला लगा देना। जे लॉस हुंदा तो आपां उपर लॉस लिख लेना सी, प्रॉफिट होया तो उपर प्रॉफिट लिख लेना, बाकी सारा फॉर्मूला सेम ही रहूगा। सी पी इत्थे नीचे लिखना। ठीक है, जिद्दां नैक्सट एग्जाम्पल लो। अ परसन बाइज अ साइकिल फॉर 450 but because of certain urgency he sells it for 350, his loss percent is। ਹੁਣ देखो इत्थे तुहानूं पहलां ही दसता कि लॉस होया बेचारे नूं, तां फिर उहदा लॉस परसेंट पता करो। ठीक है, अर्जेंसी की हुंदा जदों आपां कोई चीज़ खरीद के लिआउने आपां नूं किते एमरजेंसी पै जांदी है, तां ही आपां घट चीज़ ते उहनूं सेल कर दिंदे आ, तां उत्थे घाटा खा के भी सानूं जिहड़ी आ ओह चीज़ वेच दिंदे आ असीं। तां इत्थे असीं की पता करना लॉस परसेंट। देखो इहदा सल्यूशन की है, सी पी दिता है एस पी लिख लिया। ठीक है, लॉस होया तो सी पी दे विचों एस पी माइनस कर दो, वड्डी टर्म चो छोटी माइनस कर दो, 100 आ गया। ये हो गया लॉस, पर उन्हें पूछा लॉस परसेंट। लॉस परसेंट का फॉर्मूला लगाओ, लॉस बटा सी पी मल्टीप्लाई 100%। ठीक है, 100 कितना होया सी लॉस, नीचे सी पी कितना सी 450 मल्टीप्लाई 100। ठीक है, इनू जो तुसीं आपां कटिंग करांगे, पेज से कर दिया मैं कटिंग।
ਜਦੋਂ ਸਾਡੇ ਕੋਲ ਆਹ ਟਰਮ ਹੈ ਪਰਸੈਂਟ, ਤੁਸੀਂ ਇਹਦੇ ਨਾਲ ਹੀ ਲਿਖਣਾ, ਨਾਲ ਵੀ ਲਿਖ ਸਕਦੇ ਹੋ, ਐਂਡ ਦੇ ਕੁਐਸਚਨ ਦੇ ਵਿੱਚ ਵੀ ਲਿਖ ਸਕਦੇ ਹੋ, ਠੀਕ ਹੈ। ਤਾਂ ਮੈਂ ਨਹੀਂ ਲਿਖਦੀ ਹੁੰਦੀ, ਜਦੋਂ ਆਨਸਰ ਆਉਂਦਾ ਹੁੰਦਾ ਉਹਦੇ ਨਾਲ ਹੀ ਲਿਖ ਦਿੰਦੇ ਹੁੰਦੇ ਕਿ ਇੰਨੇ ਪਰਸੈਂਟ ਲੋਸ ਆਇਆ। ਤਾਂ ਹੁਣ ਇਹਦੀ ਕਟਿੰਗ ਕਰਨੀ ਆਪਾਂ, 1 0 ਨਾਲ 1 0 ਕੱਟ ਦਈਏ। 45 ਤੇ 10, ਤੁਸੀਂ ਇਹ ਦੇਖਣਾ ਹੈ ਕਿ ਉੱਪਰ ਵਾਲਾ ਤੇ ਨੀਚੇ ਵਾਲੀ ਜੋ ਵੀ ਟਰਮ ਹੁੰਦੀ ਹੈ ਉਹ ਕਿਸੇ ਇੱਕ ਟੇਬਲ 'ਚ ਆਉਂਦੀਆਂ ਨੇਗੀਆਂ। 10 ਤੇ 45 5 ਦੇ ਟੇਬਲ 'ਚ ਆਉਂਦੇ ਨੇ ਨਾ, ਤਾਂ ਆਪਾਂ ਇਹਨੂੰ ਫਿਰ 5 ਤੇ ਕੱਟ ਕਰ ਦਾਂਗੇ। 5 2 ਦਾ 10 ਹੁੰਦੇ ਆ, 5 9 ਦਾ 45 ਹੁੰਦੇ ਆ। ਹੁਣ ਦੇਖੋ 100 ਤੇ 9 ਦੇ ਵਿੱਚੋਂ ਕੋਈ ਵੀ ਇਹ ਦੋਨੋਂ ਇੱਕ ਟੇਬਲ ਦੇ ਵਿੱਚ ਨਹੀਂ ਆਉਂਦੇ, ਕਿਉਂਕਿ 0 ਨੂੰ ਅਸੀਂ ਈਵਨ ਮੰਨ ਲੈਂਦੇ ਹੁੰਦੇ ਹਾਂ, ਠੀਕ ਹੈ। 0 ਵਾਲੀ ਜਾਂ ਤਾਂ 5 ਦੇ ਟੇਬਲ 'ਤੇ ਆਉਂਦੀ ਹੈ ਟਰਮ, 5 ਦੇ ਟੇਬਲ 'ਚ ਕੱਟੀ ਜਾਂਦੀ ਹੁੰਦੀ ਹੈ, ਜਾਂ ਫਿਰ 2 ਦੇ ਟੇਬਲ 'ਚ ਕੱਟੀ ਜਾਂਦੀ ਹੁੰਦੀ ਹੈ। ਤਾਂ 9 ਨਾ ਤਾਂ 5 ਦੇ ਟੇਬਲ 'ਚ ਆਉਂਦਾ, ਨਾ 2 ਦੇ ਟੇਬਲ 'ਚ ਆਉਂਦਾ, ਠੀਕ ਹੈ। ਇਸੇ ਤਰ੍ਹਾਂ ਹੀ 9 ਤੇ ਇੱਧਰ 2 ਦਾ ਵੀ ਕੋਈ ਮੇਲ ਨਹੀਂ, ਇਸ ਲਈ ਇਸ ਟਰਮ ਨੂੰ ਐਜ਼ ਇਟ ਇਜ਼ ਹੀ ਲਿਖਿਆ ਜਾਊਗਾ। 100 ਨਾਲ 2 ਨੂੰ ਮਲਟੀਪਲਾਈ ਕਰ ਦਿਓ, 200 ਡਿਵਾਈਡ ਬਾਈ 9। ਤਾਂ ਇਹਨੂੰ ਡਿਵਾਈਡ ਕਰਕੇ ਜਦੋਂ ਇੱਦਾਂ ਲਿਖਿਆ ਜਾਂਦਾ ਨਾ ਉੱਪਰ ਨੀਚੇ ਨਿਊਮੀਨੇਟਰ ਐਂਡ ਡਿਨੋਮੀਨੇਟਰ ਦੀ ਫੋਰਮ 'ਚ, ਤਾਂ ਇਹਨੂੰ ਫ੍ਰੈਕਸ਼ਨ ਬੋਲਦੇ ਆ। ਪਰ ਆਨਸਰ ਕਈ ਵਾਰ ਮਿਕਸਡ ਫ੍ਰੈਕਸ਼ਨ 'ਚ ਹੁੰਦਾ। ਮਿਕਸਡ ਫ੍ਰੈਕਸ਼ਨ ਕਿਹਨੂੰ ਕਹਿੰਦੇ ਆ? ਇਹਨੂੰ 200 ਨੂੰ ਡਿਵਾਈਡ ਕਰਕੇ ਦੇਖੋ ਪਹਿਲਾਂ 9 ਤੇ। ਪਹਿਲਾਂ ਆਪਾਂ ਫਸਟ ਡਿਜਿਟ ਦੇਖਦੇ ਹੁੰਦੇ ਹਾਂ, 2 ਛੋਟਾ 9 ਤੋਂ, ਤਾਂ ਫਿਰ ਇੱਕ ਨਾਲ ਅਗਲਾ ਡਿਜਿਟ ਵੀ ਲਾ ਲਈਏ। ਹੁਣ 20 ਦੇਖੋ 9 ਦੇ ਟੇਬਲ 'ਚ ਆਉਂਦਾ ਜਾਂ ਨਹੀਂ, ਜਾਂ ਫਿਰ ਉਸ ਤੋਂ ਛੋਟੀ ਟਰਮ ਕਿਹੜੀ ਹੈ। 1 9 2 18, ਠੀਕ ਹੈ। ਤਾਂ ਆਪਾਂ ਇੱਥੇ 2 ਤੇ ਭੇਜ ਦਾਂਗੇ ਇਹਨੂੰ, ਕਿਉਂਕਿ 9 ਤੇ 27 ਹੁੰਦੇ ਨੇ, ਫਿਰ 27 ਤਾਂ 20 ਤੋਂ ਵੱਡਾ ਹੋ ਜਾਣਾ ਸੀਗਾ, ਇਸ ਲਈ 20 ਚੋਂ 18 ਮਾਈਨਸ ਕਰੋ, ਪਹਿਲਾਂ 2 ਆ ਜਾਊਗਾ। ਅਤੇ ਪਿੱਛੇ ਜਿਹੜੀ ਜੋ ਵੀ ਅੱਖਰ ਹੁੰਦਾ ਉਹਨੂੰ ਅਸੀਂ ਨੀਚੇ ਲਿਆਉਂਦੇ ਹੁੰਦੇ ਹਾਂ, 20। ਤਾਂ ਫਿਰ ਇਹ 20 ਆ ਗਿਆ। ਫਿਰ 9 ਦਾ ਟੇਬਲ ਪੜ੍ਹਾਂਗੇ ਕਿ ਜਦੋਂ 20 ਆ ਜਾਏ ਤਾਂ ਉਸ ਤੋਂ ਛੋਟਾ ਆਵੇ, ਫਿਰ 18 ਹੀ ਆਉਂਦਾ ਸਾਡੇ ਕੋਲ। ਇੱਥੇ ਫਿਰ 2 ਤੇ ਭੇਜ ਦਾਂਗੇ ਇਹਨੂੰ, ਮਾਈਨਸ ਕੀਤਾ, ਫਿਰ ਸਾਡੇ ਕੋਲ ਕੀ ਬਚ ਗਿਆ? 2। ਤਾਂ ਹੁਣ ਇਸ ਚੀਜ਼ ਨੂੰ ਮਿਕਸਡ ਫ੍ਰੈਕਸ਼ਨ 'ਚ ਲਿਖਣ ਦਾ ਬਿਲਕੁਲ ਈਜ਼ੀ ਮੈਥਡ ਕੀ ਹੁੰਦਾ ਹੈ, ਪਹਿਲਾਂ ਜੋ ਨੀਚੇ ਆ ਨਾ ਇੱਥੇ, ਉਹਨੂੰ ਤਾਂ ਐਜ਼ ਇਟ ਇਜ਼ ਹੀ ਲਿਖ ਲਓ, 9 ਵਾਲਾ 9 ਹੀ ਰਹੂਗਾ। ਅਤੇ ਜੋ ਤੁਹਾਡਾ ਆਨਸਰ ਆਉਂਦਾ ਹੁੰਦਾ ਹੈਗਾ, ਜਿੰਨੀ ਵੀ ਆਨਸਰ ਦੀ ਵੈਲਿਊ ਹੈ 22, ਉਹਨੂੰ ਅਸੀਂ ਅੱਗੇ ਲਿਖੀਦਾ, ਜੋ ਬਾਕੀ ਬਚ ਜਾਂਦਾ ਮੀਨਜ਼ ਰਿਮਾਈਂਡਰ ਹੁੰਦਾ ਜਿਹੜਾ, ਉਹ ਉੱਪਰ ਲਿਖ ਲਓ। ਇੱਦਾਂ ਲਿਖੀ ਜਾਂਦੀ ਹੈ ਮਿਕਸਡ ਫ੍ਰੈਕਸ਼ਨ ਸਿੰਪਲ ਫ੍ਰੈਕਸ਼ਨ ਤੋਂ, ਠੀਕ ਹੈ ਜੀ। ਤਾਂ ਫਿਰ ਤੁਸੀਂ ਇਸ ਦੇ ਅਕੋਰਡਿੰਗ ਜਿਹੜਾ ਆਨਸਰ ਹੋਊਗਾ ਉਹ ਟਿਕ ਲਗਾ ਦੇਣਾ ਹੈਗਾ, ਜੋ ਵੀ ਤੁਹਾਡੀ ਆਪਸ਼ਨ ਹੋਊਗੀ। ਮੈਂ ਤੁਹਾਨੂੰ ਫਿਰ ਦੱਸ ਦਿੰਦੀ ਹਾਂ ਕਿ ਇੱਦਾਂ ਸਿੰਪਲ ਫ੍ਰੈਕਸ਼ਨ ਤੋਂ ਮਿਕਸਡ ਫ੍ਰੈਕਸ਼ਨ ਕਿੱਦਾਂ ਲਿਖੀ ਜਾਂਦੀ ਹੈ। ਪਹਿਲਾਂ ਡਿਵਾਈਡ ਕਰ ਲਓ, ਤੁਹਾਡਾ ਰਿਮਾਈਂਡਰ ਬਚੂਗਾ ਕੁਛ ਨਾ ਕੁਛ, ਠੀਕ ਹੈ। ਤਾਂ ਪਹਿਲਾਂ ਇਹਦੇ ਦੇਖੋ ਡਿਨੋਮੀਨੇਟਰ 'ਚ ਕੀ ਹੈਗਾ, ਡਿਨੋਮੀਨੇਟਰ ਵਿੱਚ 9, ਉਹਨੂੰ 9 ਨੂੰ 9 ਉੱਦਾਂ ਹੀ ਲਿਖ ਲਓ। ਅਤੇ ਜਿਹੜਾ ਵੀ ਆਨਸਰ ਆਇਆ ਉਹਨੂੰ ਅੱਗੇ ਲਿਖੀਦਾ, ਅਤੇ ਜੋ ਰਿਮਾਈਂਡਰ ਆਇਆ ਉਹਨੂੰ ਉੱਪਰ ਲਿਖ ਦਿਓ, ਜੋ ਬਚ ਗਿਆ ਉਹ ਅਸੀਂ ਉੱਪਰ ਰੱਖ ਦਿੰਦੇ ਹਾਂ, ਠੀਕ ਹੈ। ਜਿੱਦਾਂ ਇੱਦਾਂ ਯਾਦ ਰੱਖ ਲਓ ਕਿ ਸਾਡੇ ਘਰ 'ਚ ਜੋ ਵੀ ਕੋਈ ਚੀਜ਼ ਵਾਧੂ ਬਚੀ ਪਈ ਹੁੰਦੀ ਹੈ ਉਹਨੂੰ ਆਪਾਂ ਉੱਪਰ ਛੱਤੀ 'ਚ ਰੱਖ ਦਿੰਦੇ ਹਾਂ ਨਾ, ਤਾਂ ਉੱਪਰ ਰੱਖ ਦਿੰਦੇ ਹਾਂ ਉਹਨੂੰ, ਜੋ ਵੀ ਰਿਮਾਈਂਡਰ ਹੁੰਦਾ ਸਾਡੇ ਕੋਲ। ਆਨਸਰ ਇੱਥੇ, ਅਤੇ ਜਿਹਦੇ ਨਾਲ ਡਿਵਾਈਡ ਕਰਦੇ ਹਾਂ ਉਹ ਨੀਚੇ। ਨੈਕਸਟ ਕੁਐਸਚਨ ਹੈ, ਅ ਚੇਅਰ ਇਜ਼ ਬਾਊਟ ਫॉर ₹1500 and sold it at once at a gain of 6%. Find the selling price of the chair. ਕੋਈ ਵੀ ਕਹਿੰਦਾ ਇੱਕ ਕੁਰਸੀ ਹੈ, ਉਹਦਾ ਬਾਊਟ ਹੁੰਦਾ ਖਰੀਦ ਮੁੱਲ 1500 ਰੁਪਏ ਦੀ ਖਰੀਦੀ ਗਈ ਸੀਗੀ, ਅਤੇ ਇੱਕ ਵਾਰੀ ਉਹ ਜਦੋਂ ਉਹਨੂੰ ਵੇਚਤਾ ਤਾਂ 6% ਗੇਨ ਹੁੰਦਾ ਪ੍ਰੋਫਿਟ। ਇਹ ਕੁਛ ਵਰਡ ਨੇ ਬਸ ਜਿਹੜੇ ਤੁਹਾਨੂੰ ਚੇਂਜ ਕਰਕੇ ਦਿੱਤੇ ਜਾਣਗੇ, ਜਿਵੇਂ ਗੇਨ ਕੀ ਹੁੰਦਾ ਕਿਸੇ ਚੀਜ਼ 'ਚ ਵਾਧਾ ਹੋਣਾ, ਹੈ ਨਾ, ਲੋਸ ਕਿਸੇ ਚੀਜ਼ 'ਚ ਘਾਟਾ ਹੋਣਾ। ਇੱਥੇ ਪ੍ਰੋਫਿਟ ਜਾਂ ਫਿਰ ਲੋਸ ਵੀ ਵਰਡ ਯੂਜ਼ ਕਰ ਸਕਦੇ ਆ। ਤਾਂ ਤੁਸੀਂ ਉਸ ਕੁਐਸਚਨ ਨੂੰ ਦੇਖ ਕੇ ਸਮਝ ਜਾਣਾ ਕਿ ਖਰੀਦ ਮੁੱਲ ਇੰਨਾ, ਗੇਨ ਪ੍ਰੋਫਿਟ ਇੰਨਾ ਵਾ। ਸੈਲਿੰਗ ਪ੍ਰਾਈਸ ਪਤਾ ਕਰਨਾ, ਸੈਲਿੰਗ ਪ੍ਰਾਈਸ ਵਾਲਾ ਫਾਰਮੂਲਾ ਲਗਾਓ। ਪਹਿਲਾਂ ਇਸ ਕੁਐਸਚਨ ਨੂੰ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰੋ, ਫਿਰ ਮੈਂ ਤੁਹਾਨੂੰ ਕਰਵਾਉਂਦੀ ਹਾਂ। ਵੀਡੀਓ ਨੂੰ ਪੌਜ਼ ਕਰ ਦਿਓ, ਸੈਲਿੰਗ ਪ੍ਰਾਈਸ ਵਾਲਾ ਜੋ ਫਾਰਮੂਲਾ ਲਿਖਵਾਇਆ ਸੀ ਨਾ ਤੁਹਾਨੂੰ, ਉਹ ਲਗਾਓ। ਚਲੋ ਹੁਣ ਆਪਣਾ ਆਨਸਰ ਮੈਚ ਕਰੋ। ਸੈਲਿੰਗ ਪ੍ਰਾਈਸ ਦਾ ਕੀ ਫਾਰਮੂਲਾ ਸੀ? 100 ਪਲੱਸ ਗੇਨ ਪਰਸੈਂਟ, ਜਿੰਨਾ ਵੀ ਤੁਹਾਨੂੰ ਪ੍ਰੋਫਿਟ ਹੋਇਆ, ਜਾਂ ਫਿਰ ਜੇ ਲੋਸ ਹੋਇਆ ਹੁੰਦਾ ਤਾਂ ਆਪਾਂ ਸਬਟਰੈਕਟ ਕਰ ਦਿੰਦੇ, ਡਿਵਾਈਡ ਬਾਈ 100 ਮਲਟੀਪਲਾਈ CP, ਠੀਕ ਹੈ। ਤਾਂ ਇੱਥੇ ਕਿੰਨਾ ਆਇਆ ਹੁਣ? 6 ਸੀਗਾ ਪ੍ਰੋਫਿਟ, 6 ਨੂੰ ਆਪਾਂ 100 ਦੇ ਵਿੱਚ ਜੋੜਿਆ ਤਾਂ 106 ਬਣ ਗਿਆ, ਡਿਵਾਈਡ ਬਾਈ 100 ਮਲਟੀਪਲਾਈ CP ਕਿੰਨਾ ਸੀ? 1500। ਹੁਣ ਇਹਦੀ ਕਟਿੰਗ ਕਿੱਦਾਂ ਕਰਨੀ ਸੀ? 2 ਜ਼ੀਰੋਆਂ ਇੱਥੇ ਸੀਗੀਆਂ, 2 ਜ਼ੀਰੋ ਇੱਥੇ ਸੀ, ਤਾਂ ਆਪਾਂ ਉਹਨਾਂ ਨੂੰ ਕੱਟ ਦਿੱਤਾ। ਇਹ ਜ਼ੀਰੋ ਵਾਲਾ ਫੰਡਾ ਕੀ ਹੁੰਦਾ ਹੈ ਕਿ ਜਦੋਂ ਆਪਾਂ 100 ਨੂੰ ਕਿਸੇ ਵੀ ਟਰਮ 'ਤੇ ਡਿਵਾਈਡ ਕਰਾਂਗੇ ਤਾਂ 1 ਮਲਟੀਪਲਾਈ 0, ਠੀਕ ਹੈ।
ਤਾਂ ਕਰਕੇ ਇਹ ਸਿੱਧਾ ਸਿੱਧਾ ਹਿਸਾਬ ਰੱਖ ਲਿੱਤਾ ਜਾਂਦਾ ਹੈਗਾ ਕਿ 2 ਜ਼ੀਰੋਆਂ ਨੇ, 2 ਜ਼ੀਰੋ ਨਾਲ ਕੱਟੀਆਂ ਜਾਣਗੀਆਂ, ਠੀਕ ਹੈ। ਤਾਂ 100 ਨਾਲ ਆਪਾਂ ਇਹਨੂੰ ਕੱਟ ਦਿੱਤਾ ਤਾਂ ਇੱਥੇ ਸਾਡੇ ਕੋਲ 15 ਬਚ ਜਾਣਾ ਸੀ। 15 ਨੂੰ ਫਿਰ ਤੁਸੀਂ ਕੀ ਕਰੋਗੇ, 106 ਨਾਲ ਮਲਟੀਪਲਾਈ ਕਰੋਗੇ। 1590 ਜੇ ਤੁਹਾਡਾ ਆਂਸਰ ਆਉਂਦਾ ਤਾਂ ਇਟ ਮੀਨਸ ਤੁਹਾਨੂੰ ਸਮ ਸੋਲਵ ਕਰਨੇ ਆ ਗਏ ਨੇ। ਨਹੀਂ ਤਾਂ ਤੁਸੀਂ 1-2 ਕੁਐਸਚਨ ਹੋਰ ਪ੍ਰੈਕਟਿਸ ਕਰੋਗੇ, ਫਿਰ ਤੁਹਾਨੂੰ ਉਦੋਂ ਸਮਝ ਲੱਗ ਜਾਏਗੀ। ਤਾਂ ਇਹਦਾ ਸੈਲਿੰਗ ਪ੍ਰਾਈਸ ਕਿੰਨਾ ਆ ਗਿਆ, 1590 ਰੁਪਏ। 1500 ਦੀ ਖਰੀਦ ਕੇ 1590 ਰੁਪਏ ਦੀ ਵੇਚੂਗਾ ਤਾਂ ਉਹਨੂੰ 6% ਪ੍ਰੋਫਿਟ ਹੋਇਆ ਸੀ। ਅਗਲਾ ਕੁਐਸਚਨ ਹੈ, ਲਵਾਂਸ਼ੀਆ ਲੋਸਟ 20% ਬਾਈ ਸੇਲਿੰਗ ਅ ਮੋਬਾਈਲ ਫॉर ₹3072, ਠੀਕ ਹੈ। 3072 ਰੁਪਏ ਦਾ ਮੋਬਾਈਲ ਵੇਚਣ 'ਤੇ ਉਹਨੂੰ 20% ਲੋਸ ਹੁੰਦਾ। ਵਟ ਪਰਸੈਂਟ ਵਿਲ ਸ਼ੀ ਗੇਨ ਬਾਈ ਇਟ ਫॉर 4080, 4080 ਦਾ ਜੇ ਉਹ ਕਹਿੰਦੇ ਵੇਚ ਦਿੰਦੀ ਤਾਂ ਉਹਨੂੰ ਕਿੰਨੇ % ਜੋ ਹੈ ਪ੍ਰੋਫਿਟ ਹੋਣਾ ਸੀ। ਪਹਿਲਾਂ ਦੇਖੋ ਕੁਐਸਚਨ ਸਮਝ ਲੱਗ ਗਿਆ ਕਿ ਉਹ ਕਹਿੰਦਾ ਕਿ ਇੱਕ ਕੋਈ ਵੀ ਪਰਸਨ ਹੈ ਜਿਹਨੇ ਆਪਣਾ ਮੋਬਾਈਲ ਵੇਚ ਦਿੱਤਾ ਇੰਨੇ ਰੁਪਏ ਦਾ 20% ਲੋਸ 'ਤੇ, ਜੇ ਉਹ ਉਹਨੂੰ ਇੰਨੇ ਦਾ ਵੇਚਦੀ ਤਾਂ ਉਹਨੂੰ ਫਿਰ ਗੇਨ ਕਿੰਨੇ % ਹੁੰਦਾ। ਇਹਦੇ ਕੁਐਸਚਨ ਕਰਨ ਵੇਲੇ ਸਾਨੂੰ ਕੀ ਪਤਾ ਹੋਣਾ ਚਾਹੀਦਾ, ਪਹਿਲਾਂ ਤਾਂ ਦੇਖੋ ਸਾਡੇ ਕੋਲ ਕੀ ਗਿਵਨ ਆ, ਲੋਸ ਗਿਵਨ ਆ ਅਤੇ ਸੈਲਿੰਗ ਪ੍ਰਾਈਸ ਗਿਵਨ ਆ। 3 ਚੀਜ਼ਾਂ ਦੇ ਨਾਲ ਸਾਡਾ ਫਾਰਮੂਲਾ ਬਣਦਾ ਸੀ, ਲੋਸ ਨਾਲ, ਸੈਲਿੰਗ ਪ੍ਰਾਈਸ ਨਾਲ ਅਤੇ CP ਨਾਲ। ਦੇਖੋ ਜੋ ਤੁਹਾਨੂੰ ਇਹ ਫਾਰਮੂਲਾ ਕਰਵਾਇਆ ਸੀਗਾ SP ਵਾਲਾ, ਤਾਂ ਇੱਥੇ ਸਾਡੇ ਕੋਲ ਜਾਂ ਤਾਂ P ਹੋਊਗਾ, CP, SP 3 ਚੀਜ਼ਾਂ ਹੀ ਹੁੰਦੀਆਂ ਨੇ, ਖਰੀਦ ਮੁੱਲ, ਵੇਚ ਮੁੱਲ ਜਾਂ ਫਿਰ ਲੋਸ ਜਾਂ ਫਿਰ ਗੇਨ, ਠੀਕ ਹੈ। ਤਾਂ ਹੁਣ ਇਹਦੇ ਵਿੱਚੋਂ ਸਾਡੇ ਕੋਲ 2 ਗਿਵਨ ਹੈ, SP ਅਤੇ ਇੱਥੇ ਲੋਸ। ਤਾਂ CP ਪਤਾ ਕਰਾਂਗੇ ਆਪਾਂ, ਇਹੀ ਫਾਰਮੂਲਾ ਲਗਾ ਲੈਂਦੇ ਹਾਂ ਆਪਾਂ CP ਪਤਾ ਕਰਨ ਲਈ। ਦੇਖੋ ਪਤਾ ਅਸੀਂ CP ਕਰਨਾ, ਪਰ ਅਸੀਂ ਫਿਰ ਵੀ ਫਾਰਮੂਲਾ SP ਵਾਲਾ ਹੀ ਲਗਾ ਰਹੇ ਹਾਂ। ਕਿੱਦਾਂ ਕਰਾਂਗੇ ਸੋਲਵ, ਇਹ ਮੈਂ ਤੁਹਾਨੂੰ ਹੁਣੇ ਦੱਸ ਦਿੰਦੀ ਹਾਂ। 100 ਲੋਸ ਹੋਇਆ ਤਾਂ ਮਾਈਨਸ ਕਰਾਂਗੇ, ਡਿਵਾਈਡ ਬਾਈ 100 ਮਲਟੀਪਲਾਈ CP। ਦੇਖੋ ਸਾਡੇ ਕੋਲ SP ਦੀ ਵੈਲਿਊ ਗਿਵਨ ਸੀ ਨਾ, ਤਾਂ ਉਹਨੂੰ ਪਹਿਲਾਂ ਇੱਥੇ ਵੈਲਿਊ ਪੁੱਟ ਕਰ ਲਓ। SP ਕਿੰਨਾ ਸੀਗਾ ਸਾਡੇ ਕੋਲ, 3072, ਤਾਂ SP ਨੂੰ ਤੁਸੀਂ = ਤੋਂ ਇੱਧਰਲੀ ਸਾਈਡ ਲਿਖ ਲਓ। ਅਤੇ ਲੋਸ ਕਿੰਨਾ ਸੀ, 20 ਦਾ। ਹੁਣ ਇੱਥੇ ਬਾਰ-ਬਾਰ ਅਸੀਂ ਪੂਰਾ ਫਾਰਮੂਲਾ ਤਾਂ ਫਿੱਟ ਕਰਕੇ ਨਹੀਂ ਦਿਖਾਵਾਂਗੇ। 100 ਦੇ ਵਿੱਚੋਂ 20 ਨੂੰ ਡਾਇਰੈਕਟ ਮਾਈਨਸ ਕਰ ਦਾਂਗੇ, ਕਿੰਨਾ ਆ ਜਾਊਗਾ 80/100। ਜਿਹੜੀ ਟਰਮ ਸਾਨੂੰ ਨਹੀਂ ਪਤਾ CP, ਉਹਨੂੰ ਅਸੀਂ ਐਜ਼ ਇਟ ਇਜ਼ ਲਿਖ ਲਾਂਗੇ। ਸਾਨੂੰ CP ਦੀ ਵੈਲਿਊ ਨਹੀਂ ਪਤਾ ਤਾਂ ਪਹਿਲਾਂ ਆਪਾਂ ਇਹਨਾਂ ਦੀ ਕਟਿੰਗ ਕਰ ਲਾਂਗੇ। ਦੱਸਿਆ ਸੀ ਕਿ ਜਿੰਨੀਆਂ ਜ਼ੀਰੋਜ਼ ਹੋਣ, ਜ਼ੀਰੋਜ਼ ਕੱਟੀਆਂ ਜਾਂਦੀਆਂ ਨੇ, ਠੀਕ ਹੈ। ਹੁਣ ਇੱਥੇ ਰਹਿ ਗਿਆ 8/10, ਆਪਾਂ ਵੈਲਿਊ ਪਤਾ ਕਰਨੀ ਆ CP ਦੀ। ਤਾਂ ਬਸ ਇੱਥੇ ਹੀ ਥੋੜ੍ਹਾ ਜਿਹਾ ਯਾਦ ਰੱਖ ਲਓ ਕਿ ਜੋ ਟਰਮ ਇੱਧਰ = ਆ ਉਹਨੂੰ ਤਾਂ ਉੱਦਾਂ ਹੀ ਲਿਖ ਲਓ। ਜਿਹੜੀ CP ਨਾਲ ਮਲਟੀਪਲਾਈ ਹੋ ਰਹੀ ਹੈ ਉਹ ਦੂਸਰੀ ਤਰਫ ਜਾ ਕੇ ਉਲਟੀ ਹੋ ਜਾਊਗੀ, ਠੀਕ ਹੈ। ਉਸ ਨੂੰ ਅਸੀਂ ਰੈਸੀਪ੍ਰੋਕਲ ਲੈ ਲੈਣਾ ਉਹਦਾ। ਜਿਵੇਂ ਇੱਥੇ 8/10 ਆ, ਦੂਸਰੀ ਸਾਈਡ ਉਹ ਟਰਮ 10/8 ਬਣ ਜਾਊਗੀ। ਜੋ ਚੀਜ਼ ਉੱਪਰ ਆ ਉਹ ਨੀਚੇ ਲਿਖੀ ਜਾਊਗੀ, ਨੀਚੇ ਵਾਲੀ ਟਰਮ ਉੱਪਰ। ਬਸ ਇਹ ਚੀਜ਼ ਯਾਦ ਰੱਖ ਲਓਗੇ ਤਾਂ ਤੁਹਾਨੂੰ ਜ਼ਿਆਦਾ ਫਾਰਮੂਲੇ, ਦੂਸਰਾ ਜਿਹੜਾ ਦਾ ਫਾਰਮੂਲਾ ਸੀਗਾ ਉਹ ਰੱਟਣ ਦੀ ਲੋੜ ਨਹੀਂ ਪੈਣੀ। ਉਹਦੇ ਵਿੱਚ ਕੀ ਹੁੰਦਾ, CP ਪਤਾ ਕਰਨ ਲਈ ਆਹ ਚੀਜ਼ ਨੀਚੇ ਆ ਜਾਂਦੀ ਆ, 100 - L ਨੀਚੇ ਆ ਜਾਣਾ ਸੀਗਾ, 100 ਉੱਪਰ ਆਉਣਾ ਸੀ। ਇਸ ਲਈ ਮੈਂ ਤੁਹਾਨੂੰ ਜ਼ਿਆਦਾ ਕਨਫਿਊਜ਼ ਨਹੀਂ ਕਰਦੀ, ਇੱਕੋ ਹੀ ਫਾਰਮੂਲਾ ਯਾਦ ਰੱਖ ਲਓ ਬਸ। ਇਸ ਨੂੰ ਸੋਲਵ ਕਰਨਾ ਆਉਣਾ ਚਾਹੀਦਾ ਤੁਹਾਨੂੰ। ਤਾਂ CP ਦੀ ਵੈਲਿਊ ਇੱਥੋਂ ਪੁੱਟ ਕਰਾਂਗੇ ਆਪਾਂ, ਹੁਣ ਸੋਲਵ ਕਰਾਂਗੇ। ਹੁਣ ਦੇਖੋ 8 ਸਾਡਾ ਈਵਨ ਆ, ਠੀਕ ਹੈ, 10 ਵੀ ਈਵਨ ਆ। ਇਹ ਦੋਨੋਂ ਇੱਕ ਟੇਬਲ 'ਚ ਆਉਂਦੇ ਨੇ, ਦੋ ਦੇ ਟੇਬਲ 'ਚ ਆਉਂਦੇ ਨੇ ਨਾ। ਤਾਂ ਇਹਨੂੰ 2 4 ਦਾ ਕਿੰਨਾ ਹੁੰਦਾ 8, 2 5 ਦਾ ਕਿੰਨਾ ਹੁੰਦਾ 10। ਤਾਂ ਹੁਣ ਦੇਖੋ ਲਾਸਟ ਅੱਖਰ ਤੋਂ ਪਤਾ ਲੱਗਦਾ ਹੁੰਦਾ ਵੀ ਉਹ ਇੱਕ ਟੇਬਲ 'ਚ ਆਉਂਦੇ ਆ ਜਾਂ ਨਹੀਂ। ਜੇ ਤਾਂ ਦੋਨੇ ਈਵਨ ਨੇ ਤਾਂ ਫਿਰ 2 ਦੇ ਉੱਤੇ ਕੱਟੇ ਜਾਂਦੇ ਨੇ, ਜੇ ਔਡ ਹੁੰਦੇ ਆ ਤਾਂ ਫਿਰ ਆਪਾਂ 3 ਜਾਂ ਫਿਰ ਜਿਹੜੇ ਵੀ ਔਡ ਨੰਬਰ ਵਾਲੇ ਟੇਬਲ ਹੁੰਦੇ ਉਹਨਾਂ 'ਤੇ ਕੱਟ ਕੇ ਦੇਖਦੇ ਹੁੰਦੇ ਆ। ਹੁਣ ਇਹ 4 ਨੂੰ ਆਪਾਂ ਇਹਦੇ 'ਤੇ ਡਿਵਾਈਡ ਕਰਕੇ ਦੇਖੀਏ ਕਿੰਨਾ ਆਨਸਰ ਆਉਂਦਾ। ਹੁਣ ਪਹਿਲਾ ਡਿਜਿਟ ਆ ਜਿਹੜਾ ਉਹ ਛੋਟਾ, ਤਾਂ ਦੂਸਰਾ ਵੀ ਨਾਲ ਲੈ ਲਾਂਗੇ, 30 ਬਣ ਜਾਊਗਾ। ਹੁਣ 4 ਦੇ ਟੇਬਲ 'ਚ ਦੇਖੋ 30 ਤੋਂ ਛੋਟਾ ਜਾਂ ਫਿਰ ਉਸ 30 ਆਉਂਦਾ 4 ਦੇ ਟੇਬਲ 'ਚ। ਜਦੋਂ ਆਪਾਂ 4 ਦਾ ਟੇਬਲ ਪੜ੍ਹਾਂਗੇ ਤਾਂ 7 ਚੌਕ 28 ਹੁੰਦੇ ਆ, ਉਹ ਆਪਾਂ ਇੱਥੇ ਲਿਖ ਲਾਂਗੇ 7 ਚੌਕ 28। 30 ਦੇ ਵਿੱਚੋਂ 28 ਨੂੰ ਮਾਈਨਸ ਕਰ ਦਾਂਗੇ, ਇੱਥੇ 2 ਆ ਜਾਊਗਾ। 2 4 ਤੋਂ ਕੀ ਹੈ ਛੋਟਾ, ਤਾਂ ਆਪਾਂ ਜਿਹੜਾ ਵੀ ਨਾਲ ਦਾ ਅੱਖਰ ਹੁੰਦਾ ਉਹਨੂੰ ਨੀਚੇ ਲੈ ਆਈਦਾ, 27। ਤਾਂ ਹੁਣ 4 ਦੇ ਟੇਬਲ ਦੇ ਵਿੱਚ ਦੇਖੋ 27 ਆਉਂਦਾ ਆ, ਉਸ ਤੋਂ ਛੋਟੀ ਟਰਮ 7 ਚੌਕ 28 ਹੁੰਦੇ ਆ, 6 ਚੌਕ 24 ਹੁੰਦੇ ਆ। ਤਾਂ ਆਪਾਂ ਇੱਥੇ ਕੀ ਲਿਖ ਲਿਆ 6 ਚੌਕ 24।
ਇਹ ਕਿੰਨੇ 'ਤੇ ਆਇਆ ਸੀ 7 ਤੇ ਇਹ ਕਿੰਨਾ ਆਇਆ 6 ਤੇ। ਤਾਂ ਹੁਣ 7 ਦੇ ਵਿੱਚੋਂ 4 ਮਾਈਨਸ ਕਰ ਦਿਓ 3 ਹੁਣ 4 ਤੋਂ ਛੋਟਾ ਦਾ ਜੇ ਉੱਪਰ ਅੱਖਰ ਪਿਆ ਤਾਂ ਉਹਨੂੰ ਨੀਚੇ ਲੈ ਆਓ 2। ਤਾਂ ਹੁਣ ਇਹਦੀ ਡਿਵਾਈਡ ਕਰ ਦਿਓ 4 ਦੇ ਟੇਬਲ 'ਚ ਦੇਖੋ 32 ਆਉਂਦਾ, 8 ਚੌਕਾ 32 ਹੁੰਦੇ ਆ। ਤਾਂ ਇਹਨੂੰ ਆਪਾਂ ਕੱਟਤਾ, ਇੱਥੇ ਲਿਖ ਲਿਆ ਆਪਾਂ 8 ਚੌਕਾ 32। ਤਾਂ ਆਹ ਵਾਲੇ 4 ਨੂੰ ਇਹਦੇ ਨਾਲ ਕੱਟ ਕੇ ਸਾਡੀ ਵੈਲਿਊ ਕਿੰਨੀ ਆ ਜਾਂਦੀ ਹੈ 768। ਤਾਂ 768 ਨੂੰ ਤੁਸੀਂ 5 ਨਾਲ ਮਲਟੀਪਲਾਈ ਕਰ ਦਿਓ, 3840 ਇਹਦਾ ਕੀ ਆ ਜਾਊਗਾ CP। ਇਹਨੂੰ ਇਹਦੇ ਨਾਲ ਮਲਟੀਪਲਾਈ ਕਰੋ ਆਪਣੇ ਆਪ, ਠੀਕ ਹੈ। 768 ਨੂੰ 5 ਨਾਲ, ਤਾਂ ਤੁਹਾਡਾ ਆਨਸਰ ਆ ਜਾਊਗਾ 3840। ਹੁਣ ਅਸੀਂ ਸਮ ਸੋਲਵ ਕਰਕੇ ਇੱਥੇ ਪਹੁੰਚ ਚੁੱਕੇ ਹਾਂ। ਸਾਡਾ CP ਬਣ ਗਿਆ 3840 ਅਤੇ ਸੈਲਿੰਗ ਪ੍ਰਾਈਸ ਹੁਣ ਅਗਲੀ ਵਾਰ ਕਿੰਨਾ ਹੈਗਾ, ਉਹ ਕਹਿੰਦੇ ਤੁਹਾਨੂੰ ਹੁਣ ਕੋਸਟ ਪ੍ਰਾਈਸ ਪਤਾ ਲੱਗ ਗਿਆ ਵੀ ਇੰਨਾ ਸੀਗਾ, ਖਰੀਦਿਆ ਉਹਨੇ ਇੰਨੇ ਦਾ ਸੀ। ਅਤੇ ਜੇ ਉਹ 4080 ਰੁਪਏ ਦਾ ਵੇਚੂਗੀ ਤਾਂ ਇੱਥੇ ਉਹਨੂੰ ਪ੍ਰੋਫਿਟ ਕਿੰਨਾ ਹੋਊਗਾ ਉਹੀ ਪਤਾ ਕਰਨਾ ਆਪਾਂ। ਤਾਂ ਵੱਡੀ ਟਰਮ ਦੇ ਵਿੱਚੋਂ ਛੋਟੀ ਮਾਈਨਸ ਕਰ ਦਿਓ। ਪਰਸੈਂਟ ਦੇ ਵਿੱਚ ਪੁੱਛਿਆ ਗੇਨ ਪਰਸੈਂਟ ਦੇ ਵਿੱਚ, ਤਾਂ ਆਪਾਂ ਪਰਸੈਂਟ ਵਾਲਾ ਫਾਰਮੂਲਾ ਵੀ ਲਗਾਵਾਂਗੇ। ਗੇਨ ਪਰਸੈਂਟ ਵਾਲਾ ਫਾਰਮੂਲਾ ਕੀ ਹੁੰਦਾ ਹੈਗਾ SP ਮਾਈਨਸ CP ਡਿਵਾਈਡ ਬਾਈ CP ਮਲਟੀਪਲਾਈ 100%। ਤਾਂ ਇਹਨੂੰ ਇਹਦੇ 'ਚੋਂ ਮਾਈਨਸ ਕਰਕੇ ਤੁਹਾਡਾ ਆ ਗਿਆ 240 ਡਿਵਾਈਡ ਬਾਈ 3840 ਮਲਟੀਪਲਾਈ 100, ਠੀਕ ਹੈ। ਇਹਦੀ ਹੁਣ ਕਟਿੰਗ ਕਰਨੀ ਮੈਂ ਤੁਹਾਨੂੰ ਸਿਖਾ ਦਿੱਤੀ ਹੈ। 0 ਨਾਲ 0 ਕੱਟ ਦੋਗੇ, ਈਵਨ ਵਾਲੀਆਂ 2 'ਤੇ ਡਿਵਾਈਡ ਕਰਕੇ ਤੁਹਾਡਾ ਇੰਨਾ ਪੁਆਇੰਟਾਂ ਦੇ ਵਿੱਚ ਆਨਸਰ ਆਊਗਾ 6.25, ਠੀਕ ਹੈ। ਸੋਲਵ ਕਰਕੇ ਦੇਖੋ ਆਇਆ ਤਾਂ ਠੀਕ ਹੈ, ਨਹੀਂ ਤਾਂ ਦੁਬਾਰਾ ਫਿਰ ਅਗਲੇ ਜਿਹੜੀ ਕਲਾਸ ਹੋਗੀ ਜਾਂ ਫਿਰ ਕਮੈਂਟ ਦੇ ਵਿੱਚ ਪੁੱਛ ਲਿਓ ਕਿ ਇਹਨੂੰ ਸੋਲਵ ਕਰਕੇ ਨੈਕਸਟ ਵੀਡੀਓ ਦੇ ਵਿੱਚ ਦੱਸ ਦਿਓ। ਜੋ ਤੁਹਾਡੀ ਨੈਕਸਟ ਵੀਡੀਓ ਹੋਊਗੀ ਉਹ ਜਿਹੜੇ ਇਸ ਪ੍ਰੀਵੀਅਸ ਈਅਰ ਕੁਐਸਚਨਸ ਹੋਣਗੇ ਨਾ ਉਹਨਾਂ ਦੇ ਉੱਤੇ ਬੇਸਡ ਹੋਊਗੀ, ਇਸ ਟੌਪਿਕ ਨਾਲ ਰਿਲੇਟਡ। ਅੱਜ ਤੁਸੀਂ ਅਜੇ ਇੰਨੇ ਕੁਐਸਚਨਾਂ ਦੀ ਹੀ ਪ੍ਰੈਕਟਿਸ ਕਰੋ। ਥੈਂਕ ਯੂ, ਹੈਵ ਅ ਨਾਈਸ ਡੇ।